ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਦਿੱਲੀ ਸਲਤਨਤ ਦੇ ਇਸ ਪਾਠ ਵਿੱਚ ਸਾਗੂ ਐਜੂਕੇਸ਼ਨ ਦੁਆਰਾ ਠੀਕ ਆ ਵੀ ਇਸ ਤਰ੍ਹਾਂ ਹੋ ਸਕਦਾ ਨਾ। ਸੋਚਿਆ ਸੀ ਕਿ ਤੁਹਾਨੂੰ ਦਿੱਲੀ ਸਲਤਨਤ ਘੋਲ ਕੇ ਪਿਆਵਾਂਗਾ, ਮੈਨੂੰ ਲੱਗਦਾ ਮੇਰੇ ਆਪ ਦੀ ਜ਼ਿਆਦਾ ਯਾਦ ਹੋ ਗਈ ਦਿੱਲੀ ਸਲਤਨਤ ਕਰਵਾਉਂਦੇ। ਹਾਂ, ਇੱਕ ਵੀ ਆਪਾਂ ਪਿਛਲੀ ਵੀਡੀਓ ਵਿੱਚ ਜਿਹੜੇ ਇਹ ਦੋ ਪ੍ਰਸ਼ਨ ਕੀਤੇ ਸੀਗੇ, ਇਹ ਦੋਨਾਂ ਦੇ ਵਿੱਚੋਂ ਪਹਿਲਾ ਪ੍ਰਸ਼ਨ ਮੇਰੇ ਤੋਂ ਗਲਤ ਹੋਇਆ, ਦੂਸਰਾ ਤਾਂ ਚਲੋ ਠੀਕ ਆ। ਇਬਨ ਬਤੂਤਾ 1342 ਵਿੱਚ ਚੀਨ ਭੇਜਿਆ ਗਿਆ ਸੀਗਾ, 1942 ਹੋਇਆ ਵੀ, ਇਹ ਤਾਂ ਬਹੁਤ ਵੱਡੀ ਗਲਤੀ ਹੈ। ਤਾਂ ਵੈਸੇ ਹੀ ਪਤਾ ਲੱਗ ਜਾਂਦਾ ਕਿ ਤਰੀਕ ਲਿਖਣ ਵਿੱਚ ਗਲਤ ਹੋਈ ਹੈ। ਅਗਲਾ ਪ੍ਰਸ਼ਨ ਸੀਗਾ ਵੀ ਆਪਣਾ, ਤੈਮੂਰ ਦਾ ਹਮਲਾ ਕਿਸ ਦੇ ਸਮੇਂ ਹੋਇਆ ਸੀਗਾ। ਇਹ ਕਹਿ ਰਹੇ ਸੀ ਕਿ ਮੁਹੰਮਦ ਸ਼ਾਹ ਦੇ ਸਮੇਂ ਹੋਇਆ, ਜਾਂ ਆਪਣਾ ਕਰਮਜੀਤ ਜੀ ਤੁਸੀਂ ਮੈਸੇਜ ਕੀਤਾ ਸੀ ਕਿ ਨਸੀਰੁਦੀਨ ਤੁਗਲਕ ਆਪਾਂ ਕੀਤਾ ਸੀ। ਇਹ ਅਸਲ ਵਿੱਚ ਇਹ ਇੱਕ ਹੀ ਇਨਸਾਨ ਦਾ ਨਾਮ ਹੈ, ਠੀਕ ਹੈ। ਦੋਨੇ ਹੀ ਠੀਕ ਹੈ, ਮੁਹੰਮਦ ਤੁਗਲਕ ਅਤੇ ਨਸੀਰੁਦੀਨ ਕੋਈ ਵੀ ਆ ਸਕਦਾ। ਇਹ ਅਸਲ ਦੇ ਵਿੱਚ ਪੂਰਾ ਨਾਮ ਹੈਗਾ ਹੈ ਮੁਹੰਮਦ ਸ਼ਾਹ ਨਸੀਰੁਦੀਨ ਤੁਗਲਕ, ਜਾਂ ਇਸ ਤਰ੍ਹਾਂ ਕਰ ਦਿੰਦੇ ਆ ਨਸੀਰੁਦੀਨ ਮੁਹੰਮਦ ਸ਼ਾਹ ਤੁਗਲਕ, ਠੀਕ ਹੈ। ਇਸ ਕਰਕੇ ਧਿਆਨ ਵਿੱਚ ਰੱਖ ਲੈਣਾ ਇਸ ਨੂੰ। ਦਿੱਲੀ ਸਲਤਨਤ ਕਾਲ, ਮੁਹੰਮਦ ਗਜਨਵੀ ਨੇ ਭਾਰਤ ਉੱਪਰ ਕਿੰਨੇ ਹਮਲੇ ਕੀਤੇ ਆ ਵੀ ਯਾਦ ਆ ਤੁਹਾਨੂੰ ਚੰਗੀ ਤਰ੍ਹਾਂ, 17। ਕੁਤਬ ਉਲ ਇਸਲਾਮ ਦਾ ਨਿਰਮਾਣ ਕਿਸ ਨੇ ਕਰਵਾਇਆ। ਜਿੱਥੇ ਕੁਤਬ ਹੋਵੇਗਾ, ਕੁਤਬਦੀਨ ਨਾਲ ਜ਼ਿਆਦਾ ਸੰਬੰਧਿਤ ਹੁੰਦੀ ਚੀਜ਼, ਹਰ ਇੱਕ ਨਹੀਂ, ਕਈ ਨਹੀਂ ਵੀ ਹੈਗੀ, ਜਿਵੇਂ ਕੁਤਬ ਮੀਨਾਰ ਨਹੀਂ ਹੈਗੀ। ਕੁਤਬਦੀਨ ਐਬਕ ਕੁਤਬ ਉਲ ਇਸਲਾਮ ਖੁਦ ਨੂੰ ਖਲੀਫਾ ਕਿਹਾ ਸੀਗਾ, ਇਹ ਮੁਬਾਰਕ ਸ਼ਾਹ ਖਿਲਜੀ ਨੇ ਕਿਹਾ ਸੀ, ਠੀਕ ਹੈ। ਮੁਬਾਰਕ ਸ਼ਾਹ ਖਿਲਜੀ ਨੇ ਕੀ ਕਿਹਾ ਸੀਗਾ ਵੀ ਸ਼ਾਬਾਸ਼, ਖਲੀਫਾ ਕਿਹਾ ਸੀਗਾ। ਭਾਰਤ ਦਾ ਤੋਤਾ ਇਹ ਹਿੰਦ ਕਿਹਾ ਜਾਂਦਾ ਹੈ, ਅਮੀਰ ਖੁਸਰੋ ਨੂੰ ਕਿਹਾ ਜਾਂਦਾ। ਆਪਣਾ ਅਗਲਾ ਪ੍ਰਸ਼ਨ ਦੇਖੋ ਵੀ, ਕਿਸ ਦੀ ਮੌਤ ਚੌਗਾਨ ਖੇਡਦੇ ਹੋਈ ਪੋਲੋ ਖੇਡਦੇ ਐਬਕ ਦੀ ਮੌਤ ਹੋਈ ਸੀ। ਚਮੜੇ ਦੀ ਪ੍ਰਤੀਕ ਮੁਦਰਾ ਕਿਸ ਨੇ ਸ਼ੁਰੂ ਕੀਤੀ। ਮੁਹੰਮਦ ਬਿਨ ਤੁਗਲਕ ਨੇ ਕੀਤੀ ਸੀ। ਇਹ ਪ੍ਰਤੀਕ ਮੁਦਰਾ ਮਤਲਬ ਪਹਿਲਾਂ ਸਿਉਣੇ ਦੇ ਜਾਂ ਕਿਸੇ ਚੀਜ਼ ਦੇ ਜਿਹੜੇ ਸਿੱਕੇ ਬਣਦੇ ਸੀ, ਉਨੀ ਕੀਮਤ ਦੀ ਉਹ ਚੀਜ਼ ਹੁੰਦੀ ਸੀ, ਪਰ ਜਦੋਂ ਚਮੜੇ ਦੇ ਕਰ ਦਿੱਤਾ ਗਿਆ, ਚਮੜੇ ਦੀ ਕੋਈ ਕੀਮਤ ਨਹੀਂ, ਪ੍ਰਤੀਕ ਆ ਮਤਲਬ ਉਹ ਪੈਸੇ ਦਾ। ਜਿਵੇਂ ਅੱਜ ਆਪਣੇ ਕਾਗਜ਼ ਵਗੈਰਾ ਦੇ ਜਾਂ ਢਾਲੇ ਵਗੈਰਾ ਆਪਾਂ ਜਿਹੜੇ ਸਿੱਕੇ ਵਗੈਰਾ ਦੇਖਦੇ ਹਾਂ, ਉਹ ਪ੍ਰਤੀਕ ਹੀ ਆ ਨੋਟਾਂ ਦਾ, ਮਤਲਬ ਉਨੀ ਕੀਮਤ ਦੀ ਚੀਜ਼ ਨਹੀਂ ਹੁੰਦੀ। ਅੱਗੇ ਦੇਖੋ, ਦਿੱਲੀ ਸਲਤਨਤ ਵਿੱਚ ਕਿੰਨੇ ਰਾਜਵੰਸ਼ ਹੋਏ ਆ। 6 ਰਾਜਵੰਸ਼ ਹੋਏ ਆ ਦਿੱਲੀ ਸਲਤਨਤ ਦੇ ਵਿੱਚ, ਜੋ ਆਪਾਂ ਕਰਦੇ ਹਾਂ। ਦਿੱਲੀ ਸਲਤਨਤ ਦੀ ਦਰਬਾਰੀ ਭਾਸ਼ਾ ਫਾਰਸੀ। ਅਲ ਬਰੂਨੀ ਕਿਸ ਦੇ ਸ਼ਾਸਨ ਕਾਲ ਵਿੱਚ, ਮਤਲਬ ਉਹਦਾ ਜਿਹੜਾ ਅਲ ਬਰੂਨੀ ਕਿਸ ਦੇ ਸ਼ਾਸਨ ਕਾਲ ਵਿੱਚ ਸੀ। ਮੁਹੰਮਦ ਗਜਨਵੀ ਦੇ ਸਮੇਂ ਸੀ। ਇਹ ਜਿਨ੍ਹਾਂ ਨੇ ਹਮਲਾ ਕੀਤਾ ਨਾ, ਵੱਡੇ ਉੱਪਰ ਸ਼ਾਸਕ, ਉਹਨਾਂ ਦੇ ਸਮੇਂ ਵਿੱਚ ਆਪਾਂ ਮੁਹੰਮਦ ਗਜਨਵੀ ਦੇ ਸਮੇਂ ਕਰਦੇ ਹਾਂ। ਅਲ ਬਰੂਨੀ ਜਦੋਂ ਗਜਨਵੀ ਦੇ ਹਮਲੇ ਹੋਏ ਉਸ ਸਮੇਂ ਸੀ ਅਲ ਬਰੂਨੀ। ਗੁਲਰੁਖੀ ਉਪਨਾਮ ਨਾਲ ਕਵਿਤਾਵਾਂ ਲਿਖਦਾ ਸੀ। ਸਿਕੰਦਰ ਲੋਧੀ ਨੇ ਲਿਖੀਆਂ ਗੁਲਰੁਖੀ ਨਾਮ ਦੇ ਨਾਲ। ਕਿਸ ਨੇ ਲਿਖੀਆਂ। ਸ਼ਾਬਾਸ਼, ਸਿਕੰਦਰ ਲੋਧੀ ਨੇ। ਸਭ ਤੋਂ ਵਧੇਰੇ ਮੁਗਲ ਹਮਲੇ ਕਿਸ ਦੇ ਸ਼ਾਸਨ ਵਿੱਚ ਹੋਏ ਆ। ਅਲਾਉਦੀਨ ਖਿਲਜੀ ਦੇ ਸਮੇਂ ਹੋਏ ਆ ਸਭ ਤੋਂ ਵਧੇਰੇ ਹਮਲੇ। ਬ੍ਰਾਹਮਣਾਂ ਉੱਪਰ ਜਜ਼ੀਆ ਕਰ ਲਗਾਇਆ। ਫਿਰੋਜ਼ ਸ਼ਾਹ ਤੁਗਲਕ ਨੇ ਲਗਾ ਦਿੱਤਾ ਸੀ ਬ੍ਰਾਹਮਣਾਂ ਉੱਪਰ ਜਜ਼ੀਆ ਕਰ। ਇਹ ਦੇਖਣਾ ਵੀ ਜਿਹੜਾ ਇਤਿਹਾਸ ਆ ਅੱਜ ਦੇ ਹਿਸਾਬ ਨਾਲ ਵੀ ਤੁਸੀਂ ਇਸ ਨੂੰ ਰੱਖ ਕੇ ਦੇਖ ਸਕਦੇ ਹੋ ਇਤਿਹਾਸ ਨੂੰ। ਅੱਗੇ ਦੇਖੋ ਵੀ ਆਪਣਾ ਪ੍ਰਸ਼ਨ, ਖੁਦ ਨੂੰ ਦੂਜਾ ਸਿਕੰਦਰ ਕਿਸ ਨੇ ਕਿਹਾ ਸੀ, ਜਾਂ ਸਿਕੰਦਰ ਸਾਨੀ ਕਿਹਾ ਸੀ। ਇਹ ਕਿਹਾ ਸੀ ਅਲਾਉਦੀਨ ਖਿਲਜੀ ਨੇ ਆਪਣੇ ਆਪ ਨੂੰ ਦੂਜਾ ਸਿਕੰਦਰ। ਅੱਗੇ ਹੈ ਬਲਬਨ ਸ਼ਾਸਕ ਬਣਨ ਤੋਂ ਪਹਿਲਾਂ ਕਿਸ ਸੁਲਤਾਨ ਦਾ ਪ੍ਰਧਾਨ ਮੰਤਰੀ ਸੀ। ਨਸੀਰੁਦੀਨ ਮੁਹੰਮਦ ਦਾ ਪ੍ਰਧਾਨ ਮੰਤਰੀ ਸੀ ਬਲਬਨ। ਕਾਫੀ ਖਤਰਨਾਕ ਹੋਇਆ ਵੀ ਇਹ ਸ਼ਾਸਕ ਆ ਜਿਹੜਾ ਬਲਬਨ, ਨਸੀਰੁਦੀਨ ਦਾ ਪ੍ਰਧਾਨ ਮੰਤਰੀ ਸੀ। ਸ਼ਾਹਨਾਮਾ ਜਿਹੜੀ ਸਵੈ ਜੀਵਨੀ ਦਾ ਲੇਖਕ ਫਿਰਦੌਸੀ ਹੈ, ਫਿਰਦੌਸੀ ਨੇ ਲਿਖਿਆ ਸ਼ਾਹਨਾਮਾ। ਦੱਖਣ ਮੁਹਿੰਮ ਦਾ ਜਿਹੜਾ ਕੰਮ ਹੈ ਅਲਾਉਦੀਨ ਖਿਲਜੀ ਨੇ ਕਿਸ ਨੂੰ ਸੰਭਾਲਿਆ ਸੀ। ਮਲਕ ਕਫੂਰ ਨੂੰ ਸੰਭਾਲ ਦਿੱਤਾ ਸੀ ਖਿਲਜੀ ਨੇ, ਅਲਾਉਦੀਨ। ਕੁਤਬਦੀਨ ਦੀ ਮੌਤ ਤੋਂ ਬਾਅਦ 1210 ਵਿੱਚ ਕੌਣ ਦਿੱਲੀ ਦਾ ਸੁਲਤਾਨ ਬਣਿਆ। ਉਸ ਤੋਂ ਬਾਅਦ ਆਪਸ਼ਨਾਂ ਦੇ ਵਿੱਚੋਂ ਆਪਾਂ ਦੱਸਣਾ, ਵੈਸੇ ਤਾਂ ਉੱਤਰ ਆਪਾਂ ਕੁਝ ਹੋਰ ਕੀਤਾ, ਪਰ ਆਪਸ਼ਨਾਂ ਦੇ ਵਿੱਚ ਕੌਣ ਬਾਅਦ ਦੇ ਵਿੱਚ ਬਣਿਆ ਸੀ। ਇਲਤੁਤਮਿਸ ਬਣਿਆ ਸੀ। ਵੈਸੇ ਤਾਂ ਆਪਾਂ ਇਸ ਦਾ ਪੁੱਤਰ ਕਰਦੇ ਹਾਂ, 8 ਮਹੀਨੇ ਰਿਹਾ, ਇਸ ਤੋਂ ਬਾਅਦ ਇਲਤੁਤਮਿਸ ਬਣਿਆ, ਪਰ ਇੱਥੇ ਇਲਤੁਤਮਿਸ ਹੀ ਠੀਕ ਹੈ। ਕੁਤਬ ਮੀਨਾਰ ਦਾ ਕੰਮ ਪੂਰਾ ਕਰਵਾਇਆ ਪੁੱਛ ਰਿਹਾ, ਠੀਕ ਹੈ। ਉੱਥੇ ਪੂਰਾ ਨਹੀਂ ਲਿਖੇਗਾ, ਪੂਰੇ ਨੂੰ ਕੋਈ ਨਾ ਕੋਈ ਹੋਰ ਚੀਜ਼ ਨਾਲ ਲਿਖੇਗਾ। ਉੱਥੇ ਅੰਗਰੇਜ਼ੀ ਵਿੱਚ ਪੜ੍ਹ ਲੈਣਾ, ਫਿਰ ਚੰਗੀ ਤਰ੍ਹਾਂ ਸਪਸ਼ਟ ਹੋ ਜਾਏਗਾ, ਕਿਉਂਕਿ 3 ਪ੍ਰਸ਼ਨ ਬਣਦੇ ਆ। ਇੱਕ ਤਾਂ ਸ਼ੁਰੂ ਕਰਵਾਇਆ, ਇੱਕ ਪੂਰਾ ਕਰਵਾਇਆ, ਇੱਕ ਜਿਹੜੀ ਹੁਣ ਵਾਲੀ ਕੁਤਬ ਮੀਨਾਰ ਉਸ ਨੂੰ ਕਿਸ ਨੇ ਮਤਲਬ ਬਣਵਾਇਆ। ਇਸ ਦਾ ਜਿਹੜਾ ਸਹੀ ਉੱਤਰ ਹੈ ਐਬਕ ਨਹੀਂ, ਪੂਰਾ ਕਰਵਾਇਆ ਇਲਤੁਤਮਿਸ ਨੇ।
बस भुलेखा ना खाना, प्रश्न तुहाडे याद है चंगी तरह। दिल्ली ते राज करने वाली पहली औरत रजिया सी। मनीयारो दा राजकुमार कहा जाता है। जो मनीयारो है इसका राजकुमार मुहम्मद बिन तुगलक नूं कहा जाता है। तैमूर ने किस दे आ याद रखना, मनीयारो मुहम्मद बिन तुगलक। तैमूर ने किस दे शासन के समय भारत उपर हमला किया सी? तैमूर ने किया सीगा नसीरुद्दीन मुहम्मद शाह तुगलक के समय। ये पूरा नाम है भी, ठीक है। कोई भी लिखा आ सकता है, नसीरुद्दीन भी हो सकता है, मुहम्मद शाह तुगलक भी हो सकता है, नसीरुद्दीन तुगलक भी हो सकता है। एक देख लेना टेमरलेन भी कहा जाता तैमूर नूं, टेमरलैन तैमूर जंग भी आपां पढ़ते हैं। आगरा शहर किसने वसाया सी? सिकंदर लोधी ने वसाया सीगा आगरा शहर। ये देखो भी अपना प्रश्न, सिक्के जारी करने वाला ते दिल्ली नूं आगरा की राजधानी घोषित करने वाला इल्तुतमिश आपां करते हैं भी। सब तो पहला सिक्के जारी किए ऐबक ने नहीं किए सी। अमीर खुसरो का जन्म कित्थे होया? खुसरो का जन्म होया सी पटियाली। ये करना। किहड़ा मुसलमान शासक है भी जिस दे सिक्कियां दे उपर लक्ष्मी की तस्वीर बनी हुई सी? मुहम्मद गौरी ने जिहड़े सिक्के चलाए सी उसके उपर लक्ष्मी की तस्वीर बनी सी। अगे देखो भी, लोधी वंश का आखिरी शासक ये तुसीं जानते हो इब्राहिम लोधी। बलबल ने भारत विच किहड़ा नवां त्यौहार है जिहड़ा उत्सव शुरू किया सी? नवरोज त्यौहार किया सी। ये पारसी त्यौहार है, ईरान के नाल संबंधित है। एकतादारी प्रणाली, ये प्रश्न याद रखना, ये ना भुलना। एकतादारी प्रणाली इल्तुतमिश ने शुरू की सी। दिल्ली का सुल्तान जिसने नहरों का वड्डा जाल बनवाया? फिरोज शाह तुगलक ने बनवाया सी नहरों का। 2.5 दिन का झोपड़ा ऐबक ने बनवाया सी। 2.5 दिन का झोपड़ा। कुतुब मीनार जो मौजूदा समय में दिखाई दिंदी है दा पुनर्निर्माण किसने करवाया? फिरोज शाह तुगलक ने करवाया सी। कुतुब मीनार के नाल 3 आपां इंसान करते हैं, ऐबक, इल्तुतमिश ते फिरोज शाह। चंगेज खान का असल नाम की सी? तेमुजिन। तेमुजिन आपां करते हैं, चंगेज खान का नाम है। महमूद गजनवी का सब तो प्रसिद्ध महत्वपूर्ण हमला किहड़ा सी? सब तो जिहड़ा महत्वपूर्ण हमला सी वो सी सोमनाथ। 1025 के लगभग समय विच कीता महमूद गजनवी ने हमला। मुहम्मद गौरी नूं सब तो पहला किसने हराया सी? भीम दूजा ने हरा दिता सी मुहम्मद गौरी नूं। किसने हरा दिता सी? शाबाश भी, भीम दूजा ने। रजिया सुल्तान किस दी पुत्री सी? इल्तुतमिश दी पुत्री सी रजिया। बाजार नियंत्रण प्रणाली किसने शुरू की? अलाउद्दीन खिलजी ने की सी। यह किहड़ी प्रणाली है? हाँ, बाजार के उपर कंट्रोल। अगे देखो भी, दिल्ली सल्तनत के किस शासक ने सब तो पहला स्थाई सेना का निर्माण किया? अलाउद्दीन खिलजी ने सब तो पहला स्थाई सेना वाला प्रबंध किया सी। सब तो पहला किहड़ा मुसलमान हमला करन भारत आया सी? मुहम्मद बिन कासिम करदे 712 ईस्वी दे विच आया सी मुहम्मद बिन कासिम। इबन बतूता किस दे शासन काल विच भारत आया सी? मुहम्मद बिन तुगलक दे समय आया सी इबन बतूता। याद रख लेना, बस बिन बिन याद कर लेना। अगे देखो भी, दीवान ए खैरात दान दे नाल संबंधित फिरोज शाह ने ये चीज़ बनवाई सी भी दान देवो, फिरोज शाह तुगलक। मुहम्मद बिन तुगलक की मौत कित्थे हुई सी? सिंध के नेड़े हुई सी, ठट्ठा दे विच करते हैं, ठट्ठा लिखा हुआ भी थाली वाला, पाकिस्तान दे विच। पहला तो नहीं सीगा भी पाकिस्तान, ये तो हुण ही बनिया। अगे देखो, विजयनगर साम्राज्य के अवशेष कित्थों मिले आ? हंपी तो मिले आ विजयनगर साम्राज्य के। ये इस समय का ही है ये साम्राज्य भी। विजयनगर साम्राज्य का सब तो प्रसिद्ध महान शासक किहड़ा सी? महान शासक की गल कर रहे हैं पहले दिन ही, कृष्ण देव राय है जिहड़ा कप ये सब तो प्रसिद्ध सी। अगे देखो, आगरा शहर किसने वसाया सी? सिकंदर लोधी ने बनवाया वसाया आगरा शहर। टोपर ते मेरठ तो अशोक के स्तंभां नूं दिल्ली कौन लियाया सी? मतलब अपनी जगह तो इसनूं स्थानांतरण करने वाला जिहड़ा शासक आ फिरोज शाह तुगलक है। संचाई कर लगाउण वाला पहला दिल्ली का सुल्तान फिरोज शाह तुगलक ने संचाई कर लगा दिता सी। लोक निर्माण विभाग की सब तो पहला स्थापना की फिरोज शाह तुगलक ने की सी भी। किहड़ा विभाग? लोक निर्माण। मुहम्मद बिन तुगलक की मौत तो बाद
ਅੱਗੇ ਦੇਖੋ ਵੀ ਮੁਹੰਮਦ ਬਿਨ ਤੁਗਲਕ ਦੀ ਮੌਤ ਤੋਂ ਬਾਅਦ ਕਿਸ ਨੇ ਕਿਹਾ ਸੀ ਕਿ ਪ੍ਰਜਾ ਨੂੰ ਸੁਲਤਾਨ ਤੋਂ ਤੇ ਸੁਲਤਾਨ ਨੂੰ ਲੋਕਾਂ ਤੋਂ ਮੁਕਤੀ ਮਿਲ ਗਈ? ਬਦਾਊਨੀ ਨੇ ਕਿਹਾ ਸੀ। ਇਹ ਉਸ ਸਮੇਂ ਵੀ ਬਹੁਤ ਵੱਡੇ ਵੱਡੇ ਲੇਖਕ ਹੋਇਆ, ਅੱਜ ਦੇ ਸਮੇਂ ਵੀ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਹੀ ਮਿਲ ਜਾਣਗੀਆਂ ਤੁਹਾਨੂੰ। ਤੁਗਲਕੀ ਫਰਮਾਨਾਂ ਤੁਸੀਂ ਸੁਣਿਆ ਹੋਣਾ ਕਿ ਤੁਗਲਕੀ ਫਰਮਾਨ ਜਾਰੀ ਕੀਤੇ ਗਏ, ਇਸ ਤਰ੍ਹਾਂ ਕੀਤਾ ਗਿਆ। ਕਿਸੇ ਵੀ ਸਰਕਾਰ ਨਾਲ ਸੰਬੰਧਿਤ ਤੁਸੀਂ ਸੁਣ ਸਕਦੇ ਹੋ, ਠੀਕ ਹੈ। ਮਤਲਬ ਅੱਜ ਇਹ ਚੀਜ਼ ਹੋ ਗਈ, ਤੁਗਲਕ ਦੀ ਯਾਦ ਤੁਹਾਨੂੰ ਆ ਜਾਏਗੀ। ਤਾਂ ਜਾਂ ਆਪਾਂ ਹਮਲੇ ਕਰਦੇ ਹਾਂ ਕਿਸੇ ਦੇ ਸਮੇਂ ਹਮਲੇ ਜ਼ਿਆਦਾ ਹੋਏ, ਉਹ ਵੀ ਪਾਕਿਸਤਾਨ ਦੇ ਹਮਲੇ ਅੱਜ ਖਬਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਸਰਕਾਰ ਦੇ ਸਮੇਂ ਹਮਲਿਆਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ। ਪਾਕਿਸਤਾਨ ਨੇ ਹਮਲਾ ਕੀਤਾ ਜਾਂ ਇੰਨੇ ਫੌਜੀਆਂ ਨੂੰ ਮਤਲਬ ਮਾਰ ਦਿੱਤਾ ਗਿਆ ਪਾਕਿਸਤਾਨ ਦੁਆਰਾ, ਜਾਂ ਚੀਨ ਨੇ ਹਮਲਾ ਕਰ ਦਿੱਤਾ ਗਿਆ। ਫਿਰ ਸਰਕਾਰਾਂ ਦਾ ਇੱਕ ਦੂਜੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਕਿ ਕਿਹੜੀ ਸਰਕਾਰ ਵਧੀਆ ਸੀ, ਕਿਹਦੇ ਸਮੇਂ ਘੱਟ ਹਮਲੇ ਹੋਏ। ਉਹੀ ਚੀਜ਼ਾਂ ਸਾਰੀਆਂ ਚੱਲਦੀਆਂ ਬਈ। ਪਰ ਇਹ ਆਉਣ ਵਾਲੇ ਕਈ ਸਾਲਾਂ ਬਾਅਦ ਇਤਿਹਾਸ ਬਣਨਗੀਆਂ, ਕਿਤਾਬਾਂ ਦੇ ਵਿੱਚ ਆਉਣਗੀਆਂ, ਪੋਲੀਟੀਕਲ ਦੇ ਵਿੱਚ ਚੱਲਦੀਆਂ ਰਹਿੰਦੀਆਂ। ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਲੇਟ ਆਉਂਦੀਆਂ। ਅੱਗੇ ਦੇਖੋ ਵੀ ਆਪਾਂ ਵੀ ਇਤਿਹਾਸ ਦੇ ਵਿੱਚ ਪੜ੍ਹਾਏ ਜਾਇਆ ਕਰਾਂਗੇ ਵੀ ਅੱਗੇ, ਠੀਕ ਹੈ, ਆਪਣਾ ਸਮਾਂ ਵੀ। ਇਸ ਕਰਕੇ ਉਹਨਾਂ ਲੋਕਾਂ ਦੇ ਸਮੇਂ ਨੂੰ ਧਿਆਨ ਨਾਲ ਕਰਨਾ, ਫਿਰ ਤੁਹਾਡਾ ਸਮਾਂ ਵੀ ਲੋਕ ਧਿਆਨ ਨਾਲ ਕਰਨਗੇ ਅੱਗੇ ਜਾ ਕੇ। ਖੇਤੀ ਵਿਭਾਗ ਦੀ ਸਥਾਪਨਾ ਅਤੇ ਫਸਲੀ ਚੱਕਰ ਅਪਣਾਉਣ ਦੇ ਨਾਲ ਸੰਬੰਧਿਤ ਹੈ। ਇਹਦਾ ਪ੍ਰਸ਼ਨ ਨਹੀਂ ਲਿਖਿਆ, ਉੱਤਰ ਵੀ। ਖੇਤੀ ਵਿਭਾਗ ਦੀ ਸਥਾਪਨਾ ਕੀਤੀ ਅਤੇ ਫਸਲੀ ਚੱਕਰ ਅਪਣਾਉਣਾ। ਦੇਖੋ ਵੀ ਇਹ ਪ੍ਰਸ਼ਨ ਕੋਈ ਹੁਣ ਫਸਲੀ ਚੱਕਰ ਅੱਜ ਕਿਹਾ ਜਾਂਦਾ ਅਪਣਾਓ, ਕੋਈ ਪੜ੍ਹਿਆ ਲਿਖਿਆ ਬੰਦਾ ਇਹ ਚੀਜ਼ ਕਹਿ ਸਕਦਾ ਮੇਰੇ ਹਿਸਾਬ ਨਾਲ। ਉੱਤਰ ਇਸ ਦਾ ਉਹੀ ਹੋਵੇਗਾ ਜੋ ਤੁਸੀਂ ਸੋਚ ਰਹੇ ਹੋ। ਹਾਂ, ਮੁਹੰਮਦ ਬਿਨ ਤੁਗਲਕ, ਫਸਲੀ ਚੱਕਰ ਅਪਣਾਉਣਾ। ਅੱਗੇ ਦੇਖੋ ਵੀ ਵਿਜੇਨਗਰ ਦਾ, ਕਿਉਂਕਿ ਜਿਹੜਾ ਇਹ ਮੁਹੰਮਦ ਬਿਨ ਤੁਗਲਕ ਆ ਕਾਫੀ ਜ਼ਿਆਦਾ ਪੜ੍ਹਿਆ ਲਿਖਿਆ ਇਨਸਾਨ ਸੀ। ਵਿਜੇਨਗਰ ਦਾ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਸਾਇਨ, ਸੰਸਕ੍ਰਿਤ ਵਿਦਵਾਨ ਸੀ। ਵਿਜੇਨਗਰ ਦਾ ਇਹ ਸੀਗਾ ਵੀ ਸੰਸਕ੍ਰਿਤ ਵਿਦਵਾਨ ਸਾਇਨ। ਹੋਰ ਤਰੀਕੇ ਨਾਲ ਵੀ ਲਿਖਿਆ ਹੋ ਸਕਦਾ। ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਵਿੱਚ ਅਸ਼ਟ ਦਿੱਗਜ ਕੌਣ ਸੀ? ਤੇਲਗੂ ਭਾਸ਼ਾ ਦੇ ਨਾਲ ਸੰਬੰਧਿਤ ਜਿਹੜੇ 8 ਕਵੀ ਸੀ ਉਹਨਾਂ ਨੂੰ ਕਿਹਾ ਜਾਂਦਾ ਅਸ਼ਟ ਦਿੱਗਜ। ਕ੍ਰਿਸ਼ਨ ਦੇਵ ਰਾਏ ਦੇ ਸਮੇਂ ਸੀ। ਇਸ ਨੂੰ ਚੰਗੀ ਤਰ੍ਹਾਂ ਯਾਦ ਰੱਖ ਲੈਣਾ। ਅਮੀਰ ਏ ਕੋਹੀ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਅਮੀਰ ਏ ਕੋਹੀ। ਇਹ ਖੇਤੀ ਨਾਲ ਸੰਬੰਧਿਤ ਆਪਾਂ ਕੀਤਾ, ਮੁਹੰਮਦ ਬਿਨ ਤੁਗਲਕ। ਅੱਗੇ ਦੇਖੋ ਵੀ ਦਿੱਲੀ ਸਲਤਨਤ ਦਾ ਵਿਦਵਾਨ ਸੁਲਤਾਨ ਜੋ ਖਗੋਲ ਸ਼ਾਸਤਰ, ਗਿਣਤ ਸ਼ਾਸਤਰ ਅਤੇ ਆਯੁਰ ਵਿਗਿਆਨ ਦੇ ਵਿੱਚ ਮਾਹਿਰ ਸੀ, ਇਹ ਕਿਹੜਾ ਸੀਗਾ ਵੀ? ਮੁਹੰਮਦ ਬਿਨ ਤੁਗਲਕ ਸੀ। ਘਰੀ ਚਰੀ, ਠੀਕ ਹੈ। 2 ਨਵੇਂ ਘਰ ਕਿਸ ਨੇ ਲਗਾਏ ਸੀ? ਅਲਾਉਦੀਨ ਖਿਲਜੀ ਨੇ ਲਗਾ ਦਿੱਤੇ ਸੀ ਇਹ ਨਵੇਂ ਘਰ। ਘਰੀ ਮਤਲਬ ਜੋ ਆਪਣਾ ਘਰ ਵਗੈਰਾ, ਗ੍ਰਹਿ ਸਥਾਨ, ਅਤੇ ਚਰੀ ਮਤਲਬ ਪਸ਼ੂ ਚਾਰਨ ਦੇ ਨਾਲ ਸੰਬੰਧਿਤ। ਘਰੀ ਚਰੀ ਅਲਾਉਦੀਨ ਖਿਲਜੀ। ਇਹ ਖਿਲਜੀ ਵਾਲੇ ਘਰ ਅੱਜ ਵੀ ਲਏ ਜਾਂਦੇ ਵੀ, ਇਸ ਤੋਂ ਵੀ ਜ਼ਿਆਦਾ ਖਤਰਨਾਕ ਲਏ ਜਾਂਦੇ ਆ ਵੈਸੇ ਤਾਂ, ਮਾਚਿਸ ਦੀ ਤੀਲੀ ਤੋਂ ਲੈ ਕੇ। ਅੱਗੇ ਦੇਖੋ ਵੀ ਕਿਹੜੇ ਸੁਲਤਾਨ ਨੇ 2 ਆਬ ਦੇ ਵਿੱਚ ਭੂਮੀ ਕਰ ਮਤਲਬ ਫਸਲ ਦਾ 50% ਕਰ ਦਿੱਤਾ ਸੀ? ਅਲਾਉਦੀਨ ਖਿਲਜੀ ਨੇ ਕਰ ਦਿੱਤਾ ਸੀ। ਵੈਸੇ ਆਪਾਂ ਉਹ ਵੀ ਕਰਦੇ ਹਾਂ ਕਿ ਮੁਹੰਮਦ ਬਿਨ ਤੁਗਲਕ ਨੇ ਇਹ ਜਿਹੜਾ ਕਾਰਾ ਬਹੁਤ ਜ਼ਿਆਦਾ ਵਧਾ ਦਿੱਤਾ ਸੀ, ਪਰ ਉੱਥੇ ਜਿਹੜਾ ਇਹ ਪ੍ਰਸ਼ਨ ਮੈਂ ਦੇਖਿਆ ਇੱਥੇ ਇਸ ਦਾ ਉੱਤਰ ਇਹੀ ਮਿਲ ਰਿਹਾ, ਅਲਾਉਦੀਨ ਖਿਲਜੀ ਜਿਹੜਾ 50% ਇਸ ਨੇ ਦੁਆਬ ਦੇ ਵਿੱਚ ਜਿਹੜਾ ਕਰ ਦਿੱਤਾ ਸੀ। 50% ਲਿਖ ਕੇ ਜਦੋਂ ਆਉਂਦਾ ਤਾਂ ਅਲਾਉਦੀਨ ਖਿਲਜੀ ਹੀ ਇਸ ਦਾ ਉੱਤਰ ਲਿਖਿਆ ਮਿਲਦਾ। ਦੁਆਬ ਦੇ ਵਿੱਚ ਕਰ ਵਾਧਾ ਜਦੋਂ ਆਪਾਂ ਕਰਦੇ ਫਿਰ ਮੁਹੰਮਦ ਬਿਨ ਤੁਗਲਕ ਵਾਲਾ ਮਿਲਦਾ ਆਪਾਂ ਨੂੰ। ਕਿਸ ਸੁਲਤਾਨ ਦੇ ਸਮੇਂ ਖਾਲਸਾ ਭੂਮੀ ਸਭ ਤੋਂ ਜ਼ਿਆਦਾ ਵਿਕਸਿਤ ਹੋਈ? ਖਾਲਸਾ ਭੂਮੀ ਦਾ ਮਤਲਬ ਹੈ ਮਤਲਬ ਜਿਹੜੀ ਸੁਲਤਾਨ ਦੀ ਭੂਮੀ ਉਸ ਦੇ ਵਿੱਚ ਜ਼ਿਆਦਾ ਵਧੇਰੇ ਵਾਧਾ ਹੋਇਆ, ਉਹ ਵਿਕਸਿਤ ਕੀਤੀ ਗਈ ਅਲਾਉਦੀਨ ਖਿਲਜੀ ਦੇ ਸਮੇਂ। ਮਤਲਬ ਜਿਹੜੀ ਸੁਲਤਾਨ ਦੀ ਆਪਣੀ ਜਾਇਦਾਦ ਭੂਮੀ। ਸੁਲਤਾਨ ਧਰਤੀ ਉੱਪਰ ਈਸ਼ਵਰ ਦਾ ਪ੍ਰਤੀਨਿਧੀ ਬਲਬਨ ਨੇ ਕਿਹਾ ਸੀਗਾ ਆਪਣੇ ਆਪ ਨੂੰ ਕਿ ਜਿਹੜਾ ਸੁਲਤਾਨ ਹੁੰਦਾ ਉਹ ਧਰਤੀ ਦੇ ਉੱਪਰ ਈਸ਼ਵਰ ਦਾ ਪ੍ਰਤੀਨਿਧੀ ਹੁੰਦਾ। ਇਹ ਖਾਲਸਾ ਭੂਮੀ ਵਾਲਾ ਯਾਦ ਕਰ ਲੈਣਾ। ਖਾਲਸਾ ਭੂਮੀ ਹੈ ਜਿਹੜੀ ਇਹ ਅਲਾਉਦੀਨ ਖਿਲਜੀ ਦੇ ਸਮੇਂ ਵਿਕਸਿਤ ਹੋਈ ਸੀ। ਅੱਗੇ ਹੈ ਤੁਰਕਾਨ ਚਹਿਲਗੀਨੀ ਦੀ ਸਥਾਪਨਾ ਕਿਸ ਨੇ ਕੀਤੀ? ਤੁਹਾਡੇ ਯਾਦ ਹੈ ਇਲਤੁਤਮਿਸ਼। ਚੰਗੇਜ਼ ਖਾਨ ਦੇ ਹਮਲੇ ਦਾ ਖਤਰਾ ਕਿਸ ਦੇ ਸ਼ਾਸਨ ਕਾਲ ਦੇ ਸਮੇਂ ਆਇਆ? ਚੰਗੇਜ਼ ਖਾਨ ਤਾਂ ਵੈਸੇ ਕੀਤਾ ਜਾਂਦਾ ਕਿ ਇਸ ਨੇ ਭਾਰਤ ਉੱਪਰ ਕੋਈ ਹਮਲਾ ਨਹੀਂ ਕੀਤਾ, ਵੈਸੇ ਹਮਲਾ ਕਰਨ ਆ ਗਿਆ ਸੀ ਉਸ ਸਮੇਂ ਸੀਗਾ ਇਲਤੁਤਮਿਸ਼। ਪੂਰਾ ਖਤਰਾ ਬਣ ਗਿਆ ਸੀ ਇਸ ਦੇ ਹਮਲੇ ਦਾ, ਵਾਪਸ ਮੁੜ ਗਿਆ ਸੀ ਬਾਅਦ ਦੇ ਵਿੱਚ। ਇਸ ਨੇ ਹਾਰ ਮੰਨ ਲਈ ਸੀ ਇਲਤੁਤਮਿਸ਼ ਨੇ। ਹੱਕ ਏ ਸਰਬ ਕਰ ਸੀ।
ਇਹ ਕਰ ਸੀਗਾ ਸੰਚਾਈ ਕਰ ਸੀ ਹੱਕ ਏ ਸਰਬ। ਫਿਰੋਜ਼ ਸ਼ਾਹ ਤੁਗਲਕ ਨੇ ਇਹ ਲਗਾਇਆ ਸੀ, ਕਿਹੜਾ? ਹੱਕ ਏ ਸਰਬ। ਦਿੱਲੀ ਦਾ ਸੁਲਤਾਨ ਜਿਸ ਨੇ ਨਿਜ਼ਮਤ ਸਿੱਕੇ ਚਲਾਏ, ਇਲਤੁਤਮਿਸ਼ ਨੇ ਚਲਾਏ ਸੀ, ਆਪਣੇ ਵੱਲੋਂ ਜਾਰੀ ਕੀਤੇ ਸੀ। ਅੱਗੇ ਹੈ ਕੁਤਬਦੀਨ ਐਬਕ ਨੇ ਰਾਜਧਾਨੀ ਬਣਾਈ, ਇਸ ਦੀ ਪੁੱਛੀ ਜਾਂਦੀ ਹੈ। ਇਸ ਨੇ ਲਾਹੌਰ ਨੂੰ ਰਾਜਧਾਨੀ ਬਣਾਇਆ ਸੀਗਾ। ਕੁਤਬ ਮੀਨਾਰ ਇਮਾਰਤ ਵਿੱਚ ਯੋਗਦਾਨ ਨਹੀਂ ਦਿੱਤਾ। ਇਸ ਤਰ੍ਹਾਂ ਆਪਸ਼ਨਾਂ ਨਾਲ ਪ੍ਰਸ਼ਨ ਆ ਸਕਦਾ ਵੀ ਕੁਤਬ ਮੀਨਾਰ ਦੇ ਵਿੱਚ ਕਿਸ ਦਾ ਯੋਗਦਾਨ ਨਹੀਂ? ਐਬਕ ਦਾ, ਇਲਤੁਤਮਿਸ਼, ਫਿਰੋਜ਼ ਸ਼ਾਹ ਤੁਗਲਕ ਜਾਂ ਗਿਆਸੁਦੀਨ। ਇਹ ਆਪਾਂ ਤਿੰਨੇ ਹੀ ਕੀਤੇ ਆ ਉੱਪਰ, ਬਸ ਗਿਆਸੁਦੀਨ ਦਾ ਯੋਗਦਾਨ ਨਹੀਂ ਹੈਗਾ ਕੁਤਬ ਮੀਨਾਰ ਦੇ ਵਿੱਚ। ਅੱਗੇ ਹੈ ਇਲਤੁਤਮਿਸ਼ ਗੁਲਾਮ ਵੰਸ਼ ਦਾ ਵਾਸਤਵਿਕ ਸ਼ਾਸਕ ਕਿਸ ਜਨਜਾਤੀ ਨਾਲ ਸੰਬੰਧਿਤ ਸੀ? ਇਲਬਰੀ ਜਨਜਾਤੀ ਦੇ ਨਾਲ ਸੰਬੰਧਿਤ ਸੀ ਇਲਤੁਤਮਿਸ਼। ਹੁਣ ਦੇਖੋ, ਇੱਕ ਤਾਂ ਆਪਾਂ ਨੂੰ ਵਾਸਤਵਿਕ ਸ਼ਾਸਕ ਇਹ ਵੀ ਲਿਖਿਆ ਮਿਲਦਾ ਕਿ ਸ਼ਾਸਕ ਹੈਗਾ ਕੁਤਬਦੀਨ ਐਬਕ, ਪਰ ਉਹ ਜ਼ਿਆਦਾ ਠੀਕ ਨਹੀਂ ਮੰਨਿਆ ਜਾਂਦਾ ਪ੍ਰਸ਼ਨ। ਉਸ ਨੂੰ ਮੰਨਿਆ ਜਾਂਦਾ ਕਿ ਪਹਿਲਾ ਗੁਲਾਮ ਵੰਸ਼ ਦਾ ਜਿਹੜਾ ਸੁਲਤਾਨ ਆ। ਜਦੋਂ ਵਾਸਤਵਿਕ ਸੁਲਤਾਨ ਦੀ ਗੱਲ ਕੀਤੀ ਜਾਂਦੀ ਹੈ ਉਦੋਂ ਇਹ ਜ਼ਿਆਦਾਤਰ ਉੱਤਰ ਇਹ ਮੰਨਿਆ ਜਾਂਦਾ ਠੀਕ ਹੈ ਇਲਤੁਤਮਿਸ਼, ਕਿਉਂਕਿ ਇਸ ਨੇ ਹੀ ਸਿੱਕੇ ਆ ਜਿਹੜੇ ਜਾਰੀ ਕੀਤੇ ਸੀ। ਉਹ ਮਤਲਬ ਉਸ ਦਾ ਕਿਸੇ ਦਾ ਗੁਲਾਮ ਮੰਨਿਆ ਜਾਂਦਾ। ਅੱਗੇ ਇਸ ਨੂੰ ਵੀ ਗੁਲਾਮ ਮੰਨਿਆ ਜਾਂਦਾ। ਇਸ ਤੋਂ ਅੱਗੇਲੇ ਵਾਲੇ ਨੂੰ ਕਈ ਵਾਰੀ ਆਪਣਾ ਮੰਨਿਆ ਜਾਂਦਾ ਕਿ ਉਹ ਸਹੀ ਸੀ। ਵੈਸੇ ਇਹ ਜ਼ਿਆਦਾਤਰ ਠੀਕ ਆ ਪ੍ਰਸ਼ਨ, ਵਾਸਤਵਿਕ ਆ ਜਿਹੜਾ ਸ਼ਾਸਕ ਮੰਨਿਆ ਜਾਂਦਾ ਇਲਤੁਤਮਿਸ਼ ਨੂੰ। ਬਾਕੀ ਧਿਆਨ ਨਾਲ ਕਰਨਾ ਇਸ ਪ੍ਰਸ਼ਨ ਨੂੰ, ਤੁਸੀਂ ਪੜ੍ਹ ਲੈਣਾ ਹੋਰ ਤਸੱਲੀ ਨਾਲ। ਅੱਗੇ ਦੇਖੋ, ਭਾਰਤ ਵਿੱਚ ਪਹਿਲਾ ਇਸਲਾਮਿਕ ਮਕਬਰਾ ਜਿਹੜਾ ਇਹ ਸੁਲਤਾਨਗੜ੍ਹੀ ਹੈ 1231 ਦੇ ਵਿੱਚ ਆਪਾਂ ਕਰਦੇ ਹਾਂ ਕਿ ਭਾਰਤ ਵਿੱਚ ਇਸਲਾਮਿਕ ਪਹਿਲਾ ਮਕਬਰਾ ਇਹ ਸੁਲਤਾਨਗੜ੍ਹੀ। ਹੌਜ ਸ਼ਮਸੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਦਿੱਲੀ ਦੇ ਵਿੱਚ ਕਰਾਇਆ ਸੀ ਇਲਤੁਤਮਿਸ਼। ਸ਼ਮਸੀ ਇਲਤੁਤਮਿਸ਼ ਦੇ ਨਾਲ ਹੀ ਸੰਬੰਧਿਤ ਇਹ ਨਾਮ ਆ ਜਿਹੜਾ ਹੌਜ ਸ਼ਮਸੀ। ਇਲਤੁਤਮਿਸ਼ ਨੇ ਮੁੱਖ ਰੂਪ ਵਿੱਚ ਕਿਹੜੇ ਸਿੱਕੇ ਜਾਰੀ ਕੀਤੇ ਸੀ? 2 ਸਿੱਕੇ ਇਸ ਨੇ ਮੁੱਖ ਰੂਪ ਦੇ ਵਿੱਚ ਜਾਰੀ ਕੀਤੇ ਸੀ, ਟੰਕਾ ਜੋ ਸਿਲਵਰ ਦਾ ਸੀ ਤੇ ਜੀਤਲ ਜੋ ਕਾਪਰ ਦਾ ਸੀ। ਭਾਰਤ ਵਿੱਚ ਅਰਬੀ ਸ਼ੁੱਧ ਅਰਬੀ ਸਿੱਕੇ ਕਿਸ ਨੇ ਜਾਰੀ ਕੀਤੇ? ਇਲਤੁਤਮਿਸ਼ ਨੇ ਜਾਰੀ ਕੀਤੇ ਸੀ ਭਾਰਤ ਵਿੱਚ ਅਰਬੀ ਸਿੱਕੇ। ਅੱਗੇ ਹੈ ਵੀ ਆਪਣਾ ਪ੍ਰਸ਼ਨ, ਜ਼ਮੀਨ ਬੋਸੀ ਤੇ ਪੇ ਬੋਸੀ। ਜ਼ਮੀਨ ਬੋਸੀ ਤੇ ਪੇ ਬੋਸੀ ਸ਼ੁਰੂਆਤ ਕੀਤੀ, ਇਹ ਇਸ ਤਰ੍ਹਾਂ ਵੀ ਲਿਖਿਆ ਆ ਸਕਦਾ ਵੀ ਠੀਕ ਹੈ, ਬਲਬਨ ਨੇ ਕੀਤੇ ਸੀ। ਉਹ ਮਤਲਬ ਜ਼ਮੀਨ ਨੂੰ ਉਸ ਦੇ ਅੱਗੇ ਝੁਕ ਕੇ ਚੁੰਮਣਾ ਸੁਲਤਾਨ ਦੇ ਅੱਗੇ ਤੇ ਉਸ ਦੇ ਪੈਰ ਚੁੰਮਣਾ, ਇਹ ਆਪਾਂ ਜਿਹੜੇ ਕੀਤੇ ਸੀ ਬਲਬਨ ਦੇ ਸਮੇਂ ਸੀ। ਇਹ ਬਲਬਨ ਨੇ ਸ਼ੁਰੂ ਕੀਤੀ ਹੈ। ਇਹ ਗੁਲਾਮ ਵੰਸ਼ ਦਾ ਆਖਰੀ ਪ੍ਰਭਾਵਸ਼ਾਲੀ ਸ਼ਾਸਕ। ਗੁਲਾਮ ਵੰਸ਼ ਦਾ ਆਖਰੀ ਨਹੀਂ ਪੁੱਛਿਆ, ਬਿਲਕੁਲ ਆਖਰੀ ਪ੍ਰਭਾਵਸ਼ਾਲੀ ਪੁੱਛਿਆ, ਠੀਕ ਹੈ। ਮਤਲਬ ਆਖਰੀ ਸ਼ਕਤੀਸ਼ਾਲੀ ਆਪਾਂ ਕਰਦੇ ਹਾਂ, ਜਾਂ ਅੱਗੇ ਵੀ ਆਪਾਂ ਮੁਗਲ ਸਾਮਰਾਜ ਨਾਲ ਕੀਤਾ, ਆਖਰੀ ਜਿਹੜਾ ਤਾਕਤਵਰ ਸ਼ਾਸਕ ਸੀ। ਇਸ ਤੋਂ ਬਾਅਦ ਵਾਲੇ ਜਿਹੜੇ ਫਿਰ ਕਮਜ਼ੋਰ ਆਪਾਂ ਕਰਦੇ ਹਾਂ, ਬਲਬਨ ਸੀਗਾ ਗੁਲਾਮ ਵੰਸ਼ ਦਾ ਆਖਰੀ ਪ੍ਰਭਾਵਸ਼ਾਲੀ। ਕੁਤਬਦੀਨ ਐਬਕ ਨੂੰ ਕਿੱਥੇ ਦਫਨਾਇਆ ਗਿਆ? ਅਨਾਰਕਲੀ ਬਾਜ਼ਾਰ ਦੇ ਵਿੱਚ ਲਾਹੌਰ ਦੇ ਨੇੜੇ ਦਫਨਾਇਆ ਗਿਆ ਸੀਗਾ ਕੁਤਬਦੀਨ ਐਬਕ ਨੂੰ, ਪਾਕਿਸਤਾਨ ਦੇ ਵਿੱਚ। ਸਭ ਤੋਂ ਪਹਿਲਾਂ ਕੁਤਬਦੀਨ ਐਬਕ ਨੂੰ ਗੁਲਾਮ ਬਾਜ਼ਾਰ ਵਿੱਚੋਂ ਕਿਸ ਨੇ ਖਰੀਦਿਆ ਸੀ? ਜੋ ਕੁਤਬਦੀਨ ਐਬਕ ਸੀ ਇਸ ਨੂੰ ਸਭ ਤੋਂ ਪਹਿਲਾਂ ਫਕਰੁਦੀਨ ਅਬਦੁਲ ਅਜੀਜ਼ ਕੁਫੀ ਨੇ ਖਰੀਦਿਆ ਸੀ। ਇਹ ਧਿਆਨ ਵਿੱਚ ਰੱਖਣਾ। ਇਸ ਨੂੰ ਇਸ ਬਾਜ਼ਾਰ ਦੇ ਵਿੱਚੋਂ ਗੁਲਾਮ ਬਾਜ਼ਾਰ ਦੇ ਵਿੱਚੋਂ ਫਕੀਰੁਦੀਨ ਅਬਦੁਲ ਨੇ ਖਰੀਦਿਆ ਸੀ। ਅੱਗੇ ਹੈ ਫਿਰ ਇਸ ਨੂੰ ਗੌਰੀ ਦੀ ਫੌਜ ਵਿੱਚ ਇਹ ਭਰਤੀ ਹੋ ਗਿਆ ਸੀ, ਅੱਗੇ ਕਰ ਦਿੱਤਾ ਗਿਆ ਸੀ ਅਮੀਰ ਏ ਔਖਰ। ਅਮੀਰ ਏ ਔਖਰ ਦੇ ਅਹੁਦੇ ਦੇ ਉੱਪਰ ਗੌਰੀ ਦੀ ਫੌਜ ਦੇ ਵਿੱਚ ਫਿਰ ਇਹ ਆਉਂਦਾ ਕੁਤਬਦੀਨ ਐਬਕ। ਐਬਕ ਨੂੰ ਲਾਖ ਬਖਸ਼ ਕਿਹਾ ਜਾਂਦਾ, ਇਹ ਆਪਾਂ ਯਾਦ ਕੀਤਾ ਪਹਿਲਾਂ। ਹਸਨ ਨਿਜ਼ਾਮੀ ਕਿਸ ਦੇ ਦਰਬਾਰ ਵਿੱਚ ਸੀ? ਕੁਤਬਦੀਨ ਐਬਕ ਦੇ ਦਰਬਾਰ ਵਿੱਚ ਕੌਣ ਸੀ? ਹਸਨ ਨਿਜ਼ਾਮੀ। ਅੱਗੇ ਦੇਖੋ, ਭਾਰਤ ਵਿੱਚ ਬਣੀ ਪਹਿਲੀ ਮਸਜਿਦ ਜੋ ਦਿੱਲੀ ਸ਼ਾਸਕਾਂ ਨੇ ਬਣਵਾਈ ਸੀ। ਦਿੱਲੀ ਸ਼ਾਸਕਾਂ ਦੁਆਰਾ ਬਣਾਈ ਗਈ ਜੋ ਪਹਿਲੀ ਮਸਜਿਦ ਆ ਇਹ ਸੀ ਕੁਵਤ ਉਲ ਇਸਲਾਮ। ਇਸ ਤੋਂ ਬਿਨਾਂ ਹੋਰ ਵੀ ਪੁਰਾਣੀਆਂ ਇਮਾਰਤਾਂ ਦਾ ਜ਼ਿਕਰ ਮਿਲਦਾ ਇਸ ਤਰ੍ਹਾਂ ਦੀਆਂ, ਠੀਕ ਹੈ, ਪਰ ਆਪਾਂ ਇੱਥੇ ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਕਰ ਰਹੇ ਹਾਂ। ਕੁਵਤ ਉਲ ਇਸਲਾਮ ਇਹ ਪਹਿਲੀ ਮਸਜਿਦ ਬਣੀ ਹੋਈ ਹੈ ਭਾਰਤ ਦੇ ਵਿੱਚ। ਕੁਤਬ ਮੀਨਾਰ ਦਾ ਜਿਹੜਾ ਨਾਮ ਹੈ ਕਿਸ ਦੇ ਨਾਮ ਉੱਪਰ ਰੱਖਿਆ ਗਿਆ? ਕੁਤਬਦੀਨ ਐਬਕ ਦੇ ਨਾਮ ਉੱਪਰ ਨਾ ਕਰਨਾ ਇਸ ਨੂੰ,
ਕੁਤਬਦੀਨ ਬਖਤਿਆਰ ਕਾਕੀ ਸੀ ਜੋ ਉਹਨਾਂ ਦੇ ਨਾਮ ਉੱਪਰ ਕੁਤਬ ਮੀਨਾਰ ਦਾ ਨਾਮ ਪਾਇਆ ਗਿਆ। ਠੀਕ ਹੈ, ਇਹ ਯਾਦ ਰਹੇ, ਇਸ ਤਰ੍ਹਾਂ ਦਾ ਪ੍ਰਸ਼ਨ ਆ ਸਕਦਾ। ਚੰਗੇਜ਼ ਖਾਨ ਨੇ ਕਿਸ ਦੇ ਦਰਬਾਰ ਵਿੱਚ ਦੂਤ ਭੇਜਿਆ ਸੀ? ਚੰਗੇਜ਼ ਖਾਨ ਨੇ ਆਪਣਾ ਦੂਤ ਭੇਜਿਆ ਸੀ ਇਲਤੁਤਮਿਸ਼ ਦੇ ਦਰਬਾਰ ਦੇ ਵਿੱਚ। ਤਰਾਇਨ ਦੀ ਤੀਜੀ ਲੜਾਈ ਕਿਸ ਵਿਚਕਾਰ ਹੋਈ ਸੀ? 1216 ਦੇ ਲਗਭਗ ਤਰਾਇਨ ਦੀ ਤੀਜੀ ਲੜਾਈ ਕਰਦੇ ਆ। ਇੱਕ ਤਾਂ ਆਪਾਂ ਪਹਿਲੀ ਦੂਜੀ ਲੜਾਈ ਕਰਦੇ ਆ 91-92, ਇਹ 1216 ਦੇ ਵਿੱਚ ਇਲਤੁਤਮਿਸ਼ ਤੇ ਤਾਜੁਦੀਨ ਯਲਦੌਜ ਦੇ ਵਿਚਕਾਰ ਹੋਈ ਸੀ। ਇਹ ਯਾਦ ਰਹੇ ਤੁਹਾਡੇ। ਹਾਜੀ ਮੌਲਾ ਦਾ ਵਿਦਰੋਹ ਕਿਸ ਦੇ ਸਮੇਂ ਹੋਇਆ? ਅਲਾਉਦੀਨ ਖਿਲਜੀ ਦੇ ਸਮੇਂ ਹੋਇਆ ਸੀ ਹਾਜੀ ਮੌਲਾ ਦਾ ਵਿਦਰੋਹ। ਦੇਖੋ ਕਾਫੀ ਤਾਕਤਵਰ ਇਨਸਾਨ ਸੀ ਅਲਾਉਦੀਨ ਖਿਲਜੀ, ਇਸ ਕਰਕੇ ਪੁੱਛਿਆ ਜਾਂਦਾ ਕਿ ਇੰਨੇ ਖਤਰਨਾਕ ਇਨਸਾਨ ਦੇ ਸਮੇਂ ਵੀ ਕਿਸੇ ਨੇ ਵਿਦਰੋਹ ਕਰ ਦਿੱਤਾ, ਉਹ ਵੀ ਕੋਈ ਮਾਮੂਲੀ ਇਨਸਾਨ ਨਹੀਂ ਹੋਵੇਗਾ। ਬਲੱਡ ਤੇ ਆਇਰਨ ਦੀ ਪਲ ਸੀ ਬਲਬਨ ਸੀ, ਬਲਬਨ ਨੇ ਇਹ ਅਪਣਾਈ ਸੀ। ਕਿੰਨਾ ਦੇ ਵਿਰੁੱਧ ਅਪਣਾਈ ਸੀ? ਇਸ ਤਰ੍ਹਾਂ ਵੀ ਪ੍ਰਸ਼ਨ ਆ ਸਕਦਾ। ਨੋਟ ਇਸ ਲਈ ਹੀ ਪਾਇਆ ਸੀ ਕਿ ਉੱਤੇ ਇਹ ਵੀ ਪੁੱਛਿਆ ਹੋ ਸਕਦਾ ਕਿ ਇਹ ਨੀਤੀ ਕਿੰਨਾ ਦੇ ਵਿਰੁੱਧ ਸੀ, ਉਦੋਂ ਨਾ ਬਲਬਨ ਕਰ ਦੇਣਾ, ਫਿਰ ਉੱਤਰ ਮੰਗੋਲ ਆਵੇਗਾ। ਅਲਾਉਦੀਨ ਖਿਲਜੀ ਨੇ ਜਦੋਂ ਗੁਜਰਾਤ 'ਤੇ ਹਮਲਾ ਕੀਤਾ ਤਾਂ ਉੱਥੋਂ ਦਾ ਸ਼ਾਸਕ ਕੌਣ ਸੀ? ਬਘੇਲ ਰਾਜਵੰਸ਼ ਦਾ ਕਰਨਦੇਵ ਸੀ। ਅਲਾਉਦੀਨ ਖਿਲਜੀ ਨੇ ਗੁਜਰਾਤ ਦੇ ਉੱਪਰ ਹਮਲਾ ਕੀਤਾ ਤਾਂ ਬਘੇਲ ਰਾਜਵੰਸ਼ ਸੀਗਾ, ਕਰਨਦੇਵ ਸੀਗਾ ਸ਼ਾਸਕ। ਅਲਾਉਦੀਨ ਖਿਲਜੀ ਨੇ ਮਲਕ ਕਫੂਰ ਨੂੰ ਕਿੱਥੋਂ ਖਰੀਦਿਆ ਸੀ? ਜਦੋਂ ਗੁਜਰਾਤ ਉੱਪਰ ਹਮਲਾ ਕੀਤਾ ਉੱਥੇ ਸੂਰਤ ਦੇ ਵਿੱਚ ਜਿਹੜੀ ਆਪਣਾ ਗੁਲਾਮਾਂ ਦੀ ਮੰਡੀ ਸੀ ਉੱਥੋਂ ਖਰੀਦਿਆ ਸੀ, ਸੂਰਤ ਦੇ ਵਿੱਚੋਂ। 1000 ਦਿਨਾਰੀ ਕਿਸ ਨੂੰ ਕਿਹਾ ਜਾਂਦਾ? ਮਲਕ ਕਫੂਰ ਨੂੰ ਕਿਹਾ ਜਾਂਦਾ। 1000 ਦਿਨਾਰੀ 1000 ਦਿਨਾਰ ਦੇ ਵਿੱਚ ਖਰੀਦਿਆ ਸੀ ਖਿਲਜੀ ਨੇ। ਅੱਗੇ ਦੇਖੋ ਵੀ ਆਪਣਾ ਪ੍ਰਸ਼ਨ, ਅਲਾਉਦੀਨ ਖਿਲਜੀ ਦੇ ਦੱਖਣ ਅਭਿਆਨ ਦੀ ਵਾਂਗਡੋਰ ਕਿਸ ਨੇ ਸੰਭਾਲੀ? ਇਹ ਮਲਕ ਕਫੂਰ ਤੁਹਾਡੇ ਯਾਦ ਹੋ ਚੁੱਕਿਆ। ਅਲਾਉਦੀਨ ਖਿਲਜੀ ਦੁਆਰਾ ਕਿੰਨਾ ਅਨਾਜ ਰੱਖਣ ਦੀ ਅਨੁਮਤੀ ਸੀ? ਮਤਲਬ ਇੱਕ ਕਿਸਾਨ 40 ਕਿਲੋ ਹੀ ਅਨਾਜ ਆ ਜਿਹੜਾ ਰੱਖ ਸਕਦਾ ਸੀ, ਬਾਕੀ ਉਸ ਨੂੰ ਮੰਡੀ ਦੇ ਵਿੱਚ ਵੇਚਣਾ ਪੈਂਦਾ ਸੀ। ਖਿਲਜੀ ਦੇ ਸਮੇਂ ਸੀ ਇਹ ਕੰਮ। ਬਾਜ਼ਾਰ ਵਿੱਚ ਧੋਖਾਧੜੀ ਤੇ ਵਜਨ ਦੀ ਨਿਗਰਾਨੀ ਦੇ ਲਈ ਕਿਸ ਦੀ ਨਿਯੁਕਤੀ ਕੀਤੀ ਗਈ? ਇਹ ਕੀਤੀ ਗਈ ਚਾਈਨਾ ਏ ਮੰਡੀ। ਠੀਕ ਹੈ, ਯਾਦ ਰੱਖਣਾ, ਜੇਕਰ ਕੋਈ ਇਸ ਦੇ ਵਿੱਚ ਗੜਬੜ ਕਰਦਾ ਸੀ ਉਸ ਦਾ ਉਨਾ ਹੀ ਮਾਸ ਕੱਟ ਲਿਆ ਜਾਂਦਾ ਸੀ। ਪਰ ਇਹ ਦੇਖਣਾ ਇਸ ਤਰ੍ਹਾਂ ਹੀ ਚੱਲਦਾ ਜੀ, ਉਦੋਂ ਵੀ ਹੁੰਦਾ ਹੀ ਹੋਵੇਗਾ। ਅੱਜ ਕੱਲ੍ਹ ਕੈਮਰੇ ਲੱਗੇ ਆ, ਕਿੰਨਾ ਪੁਲਿਸ ਮੁਲਾਜ਼ਮਾਂ, ਕਿੰਨੇ ਅਫਸਰ ਰੱਖੇ ਹੋਏ ਆ, ਅੱਜ ਨਹੀਂ ਹਟਦੇ ਵੀ ਉਦੋਂ ਕਿੱਥੇ ਹਟਦੇ ਹੋਣੇ ਆ। ਵੈਸੇ ਨਾਮ ਦੀਆਂ ਹੀ ਹੁੰਦੀਆਂ ਕਈ ਵਾਰੀ ਸਜ਼ਾਵਾਂ। ਅਲਾਉਦੀਨ ਖਿਲਜੀ ਨੇ ਮੰਗੋਲਾਂ ਤੋਂ ਬਚਣ ਦੇ ਲਈ ਰਾਜਧਾਨੀ ਬਣਾਈ ਸੀ। ਅਲਾਉਦੀਨ ਖਿਲਜੀ ਨੇ ਮੰਗੋਲਾਂ ਤੋਂ ਬਚਣ ਦੇ ਲਈ ਸੀਰੀ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਕਿਲਾ ਵੀ ਬਣਾਇਆ ਇੱਥੇ, ਸੀਰੀ ਦਾ ਕਿਲਾ ਜਿਹੜਾ ਆਪਾਂ ਕਰਦੇ ਹਾਂ। ਜਜੀਆ ਪਹਿਲਾਂ ਪਰ ਰਾਜੇ ਜਿਹੜੇ ਹੁੰਦੇ ਸੀ ਨਾ ਵੀ ਇਹ ਕਾਫੀ ਕਿਉਂਕਿ ਇਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ ਸੀ, ਪੂਰੀ ਇਮਾਨਦਾਰੀ ਨਾਲ ਹੀ ਆਪਣੀਆਂ ਜਿਹੜੇ ਕੰਮ ਕਰਦੇ ਸੀ ਇਮਾਨਦਾਰੀ ਨਾਲ ਹੀ ਕਰਵਾਉਂਦੇ ਸੀ। ਬਹੁਤ ਘੱਟ ਹੀ ਹੁੰਦਾ ਸੀ ਕਿ ਉਹਨਾਂ ਦੇ ਕੋਈ ਬੰਦਾ ਗਲਤ ਨਿਕਲ ਜੇ, ਸਜ਼ਾਵਾਂ ਸਖਤ ਹੋਣ ਕਰਕੇ ਲੋਕ ਡਰਦੇ ਸੀ। ਅੱਗੇ ਹੈ ਜਜੀਆ ਸ਼ੁਰੂ ਵਿੱਚ ਕਿਹੜਾ ਕਰ ਸੀ? ਜਜੀਆ ਜਦੋਂ ਪਹਿਲਾਂ ਸੀ ਇਹ ਸੈਨਾਕਾਰੀ ਹੀ ਸੀਗਾ, ਬਾਅਦ ਦੇ ਵਿੱਚ ਜਦੋਂ ਇਹ ਧਾਰਮਿਕ ਰੂਪ ਧਾਰਨ ਕਰ ਜਾਂਦਾ ਜਜੀਆ। ਖਮਸ ਕਰ ਉਤਪਾਦਨ ਦਾ ਕਿੰਨਾ ਹਿੱਸਾ ਸੀ? ਜਿਹੜਾ ਇਹ ਖਮਸ ਕਰ ਲਿਆ ਜਾਂਦਾ ਸੀ ਇਹ 20% ਸੀ, ਜਾਂ ਆ ਲਿਖਿਆ ਆ ਸਕਦਾ 1/5। 1/5 ਵੀ 20% ਹੀ ਹੁੰਦਾ, ਵੀ 20/500। ਹੌਜ ਇਹ ਖਾਸ ਕਿਸ ਨੇ ਬਣਵਾਇਆ? ਅਲਾਉਦੀਨ ਖਿਲਜੀ ਨੇ ਬਣਾਇਆ ਸੀ ਹੌਜ ਇਹ ਖਾਸ। ਅਲਾਈ ਦਰਵਾਜ਼ਾ ਬਣਵਾਇਆ ਅਲਾਉਦੀਨ ਨੇ ਬਣਵਾਇਆ, ਖਿਲਜੀ ਨੇ ਬਣਾਇਆ। ਨਾਮ ਤੋਂ ਹੀ ਯਾਦ ਹੋ ਜਾਵੇਗਾ। ਤਾਰੀਖ ਇਹ ਫਿਰੋਜ਼ ਸ਼ਾਹੀ ਲਿਖਿਆ, ਬਰਨੀ ਨੇ ਲਿਖਿਆ ਸੀ ਤਾਰੀਖ ਇਹ ਫਿਰੋਜ਼ ਸ਼ਾਹੀ, ਇਹ ਯਾਦ ਰੱਖਣਾ ਵੈਰੀ IMP ਦੇ ਵਿੱਚ। ਅੱਗੇ ਹੈ ਦੀਵਾਨ ਏ ਆਰਜ। ਦੀਵਾਨ ਏ ਆਰਜ ਇਹ ਦੋਨੇ ਹੀ ਅਗਲੇ ਦੀਵਾਨ ਯਾਦ ਰੱਖਣਾ। ਦੀਵਾਨ ਏ ਆਰਜ ਸੀਗਾ ਜੋ ਇਹ ਮਮਾਲਿਕ ਅਧੀਨ ਸੈਨਾ ਵਿਭਾਗ ਸੀ। ਜੋ ਇਹ ਆਰਜ ਸੀ ਇਹ ਸੈਨਾ ਵਿਭਾਗ ਦੇ ਨਾਲ ਸੰਬੰਧਿਤ ਸੀ, ਮਮਾਲਿਕ ਜਾਂ ਮਮਾਲਿਕ ਵੀ ਬੋਲਿਆ ਜਾਂਦਾ। ਦੀਵਾਨ ਏ ਕਜਾ ਯਾਦ ਰੱਖਣਾ, ਇਹ ਨਿਆਂ ਵਿਵਸਥਾ ਸੀ, ਕਾਜੀ ਦੇ ਅਧੀਨ ਜਿਹੜੀ ਨਿਆਂ ਵਿਵਸਥਾ ਚੱਲਦੀ ਸੀ ਉਸ ਨੂੰ ਕਿਹਾ ਜਾਂਦਾ ਸੀ ਦੀਵਾਨ ਏ ਕਜਾ। ਅੱਗੇ ਹੈ ਦੀਵਾਨ ਏ ਮੁਕਤ ਖਰਾਜ। ਇਹ ਬਹੁਤ ਵਾਰ ਪ੍ਰਸ਼ਨ ਆਇਆ। ਦੀਵਾਨ ਏ ਮੁਕਤ ਖਰਾਜ ਦੀ ਸਥਾਪਨਾ ਅਲਾਉਦੀਨ ਖਿਲਜੀ ਨੇ ਕੀਤੀ ਸੀ। ਬਸ ਇਹ ਪ੍ਰਸ਼ਨ ਨਹੀਂ ਭੁੱਲਣਾ ਤੁਸੀਂ। ਅੱਗੇ ਹੈ ਇਬਨ ਬਤੂਤਾ ਸੰਬੰਧਿਤ ਸੀ। ਇਬਨ ਬਤੂਤਾ ਮੂਲ ਰੂਪ ਦੇ ਵਿੱਚ ਮੋਰੱਕੋ ਦੇ ਨਾਲ ਸੰਬੰਧਿਤ ਸੀ ਤੇ ਮੋਰੱਕੋ ਦਾ ਹੀ ਆਪਾਂ ਕਰਦੇ ਹਾਂ, ਪਰ ਇਹ ਅਫਰੀਕੀ ਯਾਤਰੀ ਸੀਗਾ। ਠੀਕ ਹੈ। ਦੌਲਤਾਬਾਦ ਨੂੰ ਰਾਜਧਾਨੀ ਘੋਸ਼ਿਤ ਕੀਤਾ। ਦੌਲਤਾਬਾਦ ਨੂੰ ਤੁਹਾਡੇ ਯਾਦ
तुगलक ने किया सी। मुहम्मद बिन तुगलक का चांदी का जिहड़ा उसने सिक्का चलाया सी उसनूं की कहा जाता? अदल कहा जाता। ये याद रख लेना। अदल किस दे नाल संबंधित है? मुहम्मद बिन तुगलक दे नाल संबंधित है। किहड़ा सिक्का है? चांदी का सिक्का। इस तरह आ जाएगा कि अदल सिक्का हुंदा सी कापर का, चांदी का, चमड़े का, उत्थे फिर चमड़े का ना करना, चांदी का सी। अगे देखो भी अपने आखिरी ही प्रश्न है लगभग। मैन ऑफ आइडिया, मैन ऑफ आइडिया कहा जाता है मुहम्मद बिन तुगलक नूं कहा जाता है। अज भी है मैन ऑफ आइडिया भी, मतलब ठप्पा कोई होर लग्या होया, चीज़ कोई होर है। अशोक स्तंभां नूं मूल स्थान तो किसने हटाया? अशोक स्तंभ आ जिहड़े इन्हां नूं मूल स्थान तो फिरोज शाह तुगलक ने हटा दिता। अगे देखो फिरोज शाह ने किस संचाई घर की स्थापना की? हक ए शताब्दी। फिरोज शाह ने किस संचाई घर की स्थापना की? हक ए शताब्दी। सिकंदर लोधी ने किस किले उत्ते 5 बार असफल हमला किया? ग्वालियर के किले उपर 5 बार असफल हमला किया। अगे देखो भी दिल्ली सल्तनत का आखिरी सुल्तान इब्राहिम लोधी। विजयनगर साम्राज्य की स्थापना कदों हुई? मुहम्मद बिन तुगलक के समय विजयनगर साम्राज्य की जिहड़ी स्थापना होंदी है। विजयनगर काफ़ी प्रसिद्ध साम्राज्य है, मुहम्मद बिन तुगलक के समय हो जाती है चीज़ भी। अगे देखो दिल्ली सल्तनत के समय बरीद कहा जाता सी। जो ये बरीद सी, जो जासूसां का विभाग सी, उसनूं कहा जाता सी। मतलब जिहड़े खबरां दे नाल संबंधित सी, खबरी हुंदे सी, जासूस हुंदे सी। गाजी मलक ने किस राजवंश की स्थापना की? तुगलक वंश की जिहड़ी स्थापना की सी मलक गाजी ने। गुजरी महल आ जो हिसार दे नाल संबंधित किसने बनवाया? गुजरी महल फिरोज शाह तुगलक ने बनाया। तो अहोम वंश की शुरुआत कित्ते हुई? असाम के नाल संबंधित है अहोम वंश। ठीक है जी, तुहाडा सारिਆਂ ਦਾ बहुत बहुत धन्यवाद। वीडियो ਨੂੰ लाइक ਤੇ शेयर दिल करे तो जरूर कर देना। चैनल ਨੂੰ सबसक्राइब कर लवो ਤਾਂ जो ਤੁਹਾਨੂੰ हर एक वीडियो समय सिर मिलती रहे। करते रहो जी अपनी तैयारी।